एट्थ टॉपिक देखो बेटा, स्टैप्स टू मेक डेलीगेशन इफेक्टिव। असी डेलीगेशन नू इफेक्टिव किवें बना सकते हैं। सिंस डेलीगेशन इज़ एन आर्ट, सो देयर आर नॉट सैट प्रिंसीपल टू बी फॉलोड फॉर इंश्योरिंग इफेक्टिव डेलीगेशन। सो किसी नू आपदी अथॉरिटी देना एक आर्ट आ, ਇਹਦੇ ਨਾਲ ਰਿਲੇਟਡ ਕੋਈ ਇਦਾਂ ਦੇ ਸੈੱਟ ਕੀਤੇ ਹੋਏ ਪ੍ਰਿੰਸੀਪਲਸ ਨਹੀਂ ਹੈ, ਠੀਕ ਆ, ਵੀ ਇਹਦੇ ਨਾਲ ਇਫੈਕਟਿਵ ਹੋ ਜੂਗੀ ਡੈਲੀਗੇਸ਼ਨ। ਦ ਸਕਿੱਲ ਆਫ ਡੈਲੀਗੇਸ਼ਨ ਕੈਨ ਬੀ ਇੰਪਰੂਵਡ ਥਰੂ ਪ੍ਰੈਕਟਿਸ ਐਂਡ ਐਕਸਪੀਰੀਅੰਸ। ਹੁਣ ਇਹ ਚੀਜ਼ ਨੂੰ ਇੰਪਰੂਵ ਕਰਨ ਦੇ ਲਈ ਵੀ ਡੈਲੀਗੇਟ ਕਿਵੇਂ ਕਰਨੀ ਆ ਅਥਾਰਟੀ, ਇਹਦੇ ਲਈ ਐਕਸਪੀਰੀਅੰਸ ਤੇ ਪ੍ਰੈਕਟਿਸ, ਜੇ ਬੰਦਾ ਪ੍ਰੈਕਟਿਸ ਕਰਦਾ ਉਹਨੂੰ ਐਕਸਪੀਰੀਅੰਸ ਆਉਂਦਾ ਜਾਊਗਾ, ਠੀਕ ਆ। ਯੈਟ ਫੋਲੋਇੰਗ ਗਾਈਡਲਾਈਨਸ ਆਰ ਦੇਅਰ ਫॉर ਮੇਕਿੰਗ ਡੈਲੀਗੇਸ਼ਨ ਇਫੈਕਟਿਵ, ਬਟ ਫਿਰ ਵੀ ਜਿਹੜਾ ਕੁਝ ਪੁਆਇੰਟਸ ਨੇ। ਹੁਣ ਦੇਖੋ ਬੇਟਾ ਇਹ ਸਟੈਪਸ ਨੇ, ਸੋ ਸਟੈਪਸ ਨੂੰ ਆਪਾਂ ਸੀਕੁਐਂਸ ਵਾਈਜ਼ ਹੀ ਲਿਖਾਂਗੇ, ਠੀਕ ਆ। ਨੈਕਸਟ ਹੁਣ ਇਹਦਾ ਫਸਟ ਪੁਆਇੰਟ ਦੇਖੋ, ਡਿਫਾਈਨਿੰਗ ਅਸਾਈਨਮੈਂਟ। clearly defined assignment along with detailed information is both necessary and important। ਹੁਣ ਜੇ ਕਿਸੇ ਪਰਸਨ ਨੂੰ ਕਲੀਅਰਲੀ ਉਹਦਾ ਕੰਮ ਸਮਝਾਤਾ, ਠੀਕ ਆ, ਇਹ ਨੈਸੈਸਰੀ ਵੀ ਹੈ ਤੇ ਇੰਪੋਰਟੈਂਟ ਵੀ ਆ। ਅ ਪਰਸਨ ਕੈਨ ਫੁਲੀ ਪਰਫਾਰਮ ਹਿਜ਼ ਜੌਬ ਓਨਲੀ ਵੈਨ ਹੀ ਹੈਜ਼ ਅ ਕਲੈਰੀਫਿਕੇਸ਼ਨ ਆਫ ਵਟ ਇਜ਼ ਐਕਸਪੈਕਟਡ ਆਊਟ ਆਫ ਹਿਮ। ਕੋਈ ਵੀ ਪਰਸਨ ਉਦੋਂ ਹੀ ਵਧੀਆ ਜੌਬ ਕਰ ਸਕਦਾ ਜਦੋਂ ਉਹਨੂੰ ਆਪਦਾ ਕੰਮ ਕਲੀਅਰ ਹੈ ਪੂਰਾ ਮਾਈਂਡ ਦੇ ਵਿੱਚ, ਵੀ ਮੇਰੇ ਤੋਂ ਜਿਹੜੀ ਆਰਗੇਨਾਈਜੇਸ਼ਨ ਹੈ ਉਹ ਕੀ ਐਕਸਪੈਕਟ ਕਰਦੀ ਹੈ, ਠੀਕ ਆ। ਸੋ ਇਹ ਹੋ ਗਿਆ ਕਲੈਰਿਟੀ। ਨੈਕਸਟ ਹੈ ਕਲੈਰਿਟੀ ਆਫ ਅਥੋਰਿਟੀ ਐਂਡ ਰਿਸਪੋਂਸੀਬਿਲਿਟੀ। ਕਿਹੜੇ ਪਰਸਨ ਕੋਲੇ ਕੀ ਅਥੋਰਿਟੀ ਆ, ਕਿਹੜੇ ਕੋਲੇ ਕੀ ਰਿਸਪੋਂਸੀਬਿਲਿਟੀ ਹੈ, ਇਹ ਵੀ ਕਲੀਅਰ ਹੋਣਾ ਚਾਹੀਦਾ। ਮੈਨੇਜਰ ਸ਼ੁੱਡ ਕਲੀਅਰਲੀ ਨੋ ਵਟ ਇਜ਼ ਹਿਜ਼ ਜੌਬ, ਹਾਊ ਮਚ ਅਥੋਰਿਟੀ ਇਜ਼ ਰਿਕਵਾਇਰਡ ਟੂ ਪਰਫੋਰਮ ਦਾ ਜੌਬ, ਓਨਲੀ ਦੈਨ ਹੀ ਕੈਨ ਪਰਫੋਰਮ ਇਟ ਐਫੀਸ਼ੀਐਂਟਲੀ। ਮੈਨੇਜਰ ਨੂੰ ਇਹ ਪਤਾ ਹੋਵੇ ਕਿ ਉਹਦੀ ਜੌਬ ਕੀ ਆ, ਉਹਦੇ ਕੋਲੇ ਕਿੰਨੀ ਕੁ ਅਥੋਰਿਟੀ ਆ ਜੌਬ ਨੂੰ ਕਰਨ ਦੇ ਲਈ, ਤਾਂ ਹੀ ਉਹ ਕੀ ਕਰ ਸਕਦਾ ਵਾ, ਐਫੀਸ਼ੀਐਂਟਲੀ ਕੰਮ ਨੂੰ ਪਰਫੋਰਮ ਕਰ ਸਕਦਾ। ਅ ਸੁਪੀਰੀਅਰ ਹੂ ਡਜ਼ ਨੋਟ ਨੋ ਹਿਜ਼ ਸਕੋਪ ਆਫ ਅਥੋਰਿਟੀ ਵਿਲ ਟੇਕ ਐਵਰੀ ਪ੍ਰੋਬਲਮ ਟੂ ਹਿਜ਼ ਸੁਪੀਰੀਅਰ। ਹੁਣ ਦੇਖੋ ਇੱਥੇ ਨੇ ਜਿਹੜੀ ਆਹ ਲਾਈਨ ਲਿਖੀ ਆ ਨਾ, ਇਹਦੇ ਵਿੱਚ ਥੋੜ੍ਹੀ ਜਿਹੀ ਤੁਸੀਂ ਚੇਂਜਸ ਕਰਨੀਆਂ ਨੇ। ਜਿੱਥੇ ਇਹਨਾਂ ਨੇ ਆਹ ਸੁਪੀਰੀਅਰ ਲਿਖਿਆ ਵਾ, ਇੱਥੇ ਤੁਸੀਂ ਸਬੋਰਡੀਨੇਟ ਕਰ ਲਓ, ਠੀਕ। ਇੱਕ ਸਬੋਰਡੀਨੇਟ ਜਿਹਨੂੰ ਜੇ ਆਪਦਾ ਨਹੀਂ ਪਤਾ ਹੋਊਗਾ ਆਪਦੀ ਅਥੋਰਿਟੀ ਬਾਰੇ, ਤਾਂ ਹਰ ਇੱਕ ਜਿਵੇਂ ਆਪਾਂ ਕਹਿੰਦੇ ਪ੍ਰੋਬਲਮ ਉਹ ਆਪਦੇ ਸੁਪੀਰੀਅਰ ਕੋਲ ਲੈ ਕੇ ਜਾਊਗਾ, ਠੀਕ ਆ। ਸੋ ਜਿਹੜਾ ਆਹ ਵਾਲਾ ਸੁਪੀਰੀਅਰ ਹੈ ਤੁਸੀਂ ਇਹਨੂੰ ਕੱਟ ਕੇ ਤੇ ਸਬੋਰਡੀਨੇਟ ਕਰ ਲਓ। ਨੈਕਸਟ ਦੇਖੋ, ਰਾਈਟ ਸਿਲੈਕਸ਼ਨ ਆਫ ਪਰਸਨਸ। ਡੈਲੀਗੇਸ਼ਨ ਇਜ਼ ਇਨਫਲੂਐਂਸਡ ਬਾਏ ਦਾ ਕੁਆਲੀਫਿਕੇਸ਼ਨ ਆਫ ਪਰਸਨਸ। ਹੁਣ ਪਰਸਨ ਦੀ ਕੁਆਲੀਫਿਕੇਸ਼ਨ ਦੇ ਨਾਲ ਡੈਲੀਗੇਸ਼ਨ ਪ੍ਰਭਾਵਿਤ ਹੁੰਦੀ ਆ। ਸੋ ਪ੍ਰੋਪਰ ਸਿਲੈਕਸ਼ਨ ਪ੍ਰੋਸੈਸ ਸ਼ੁੱਡ ਬੀ ਫੋਲੋਡ ਮੇਕਿੰਗ ਰਾਈਟ ਪਲੇਸਮੈਂਟ ਆਫ ਪਰਸਨਸ ਐਟ ਰਾਈਟ ਜੋਬ। ਸੋ ਇਹਦੇ ਲਈ ਸਾਨੂੰ ਪ੍ਰੋਪਰ ਇੱਕ ਪ੍ਰੋਸੈਸ ਕਰਨਾ ਚਾਹੀਦਾ ਵਾ, ਜਿਹਦੇ ਨਾਲ ਅਸੀਂ ਸਹੀ ਬੰਦੇ ਨੂੰ ਹੀ ਸਹੀ ਜੋਬ 'ਤੇ ਲਾਈਏ। ਪਰਸਨਲ ਮੈਨੇਜਰ, ਇੱਥੇ ਪਰਸੋਨਲ ਕਰ ਲਓ, ਜਿੱਥੇ ਪਰਸਨਲ ਲਿਖਿਆ ਨੀਚੇ ਦੇਖੋ ਆਪ ਪਰਸੋਨਲ ਮੈਨੇਜਰ ਸ਼ੁੱਡ ਕੰਸੀਡਰ ਦਾ ਕੈਪੇਬਿਲਿਟੀ ਆਫ ਪਰਸਨ, ਕੁਆਲੀਫਿਕੇਸ਼ਨ, ਪ੍ਰੋਬਲਮ ਸੋਲਵਿੰਗ ਐਬਿਲਿਟੀ ਬਿਫੋਰ ਸਿਲੈਕਟਿੰਗ ਪਰਸਨਸ ਫॉर ਵੇਰੀਅਸ ਪੋਜੀਸ਼ਨਸ। ਸੋ ਜਿਹੜਾ ਪਰਸੋਨਲ ਮੈਨੇਜਰ ਹੈ, ਮਤਲਬ ਜਿਹੜਾ ਪਰਸਨਸ ਨੂੰ ਸਿਲੈਕਟ ਕਰਦਾ, ਉਹਦਾ ਇਹ ਕੰਮ ਬਣਦਾ ਕਿ ਜਿਹੜੇ ਪਰਸਨਸ ਨੂੰ ਸਿਲੈਕਟ ਕਰ ਰਿਹਾ ਉਹਨਾਂ ਦੀ ਕੈਪੇਬਿਲਿਟੀ ਨੂੰ ਧਿਆਨ ਨਾਲ ਨੋਟ ਕਰੇ, ਠੀਕ ਆ, ਉਹਨਾਂ ਦੀ ਕੁਆਲੀਫਿਕੇਸ਼ਨ ਦੇਖੇ, ਵੀ ਉਹਨਾਂ ਦੀ ਪ੍ਰੋਬਲਮ ਸੋਲਵ ਕਰਨ ਦੀ ਐਬਿਲਿਟੀ ਕਿੰਨੀ ਕਾ। ਸੋ ਸਾਰੀਆਂ ਚੀਜ਼ਾਂ ਨੂੰ ਉਹ ਕੀ ਕਰੇ, ਪਹਿਲਾਂ ਫਾਈਂਡ ਆਊਟ ਕਰੇ ਉਹ ਪਰਸਨ ਦੇ ਵਿੱਚੋਂ, ਫਿਰ ਉਹਨਾਂ ਨੂੰ ਅਲੱਗ-ਅਲੱਗ ਪੋਜੀਸ਼ਨ ਦੇ ਲਈ ਸਿਲੈਕਟ ਕਰੇ। ਨੈਕਸਟ ਆਪਣੇ ਕੋਲ ਹੈ ਮੋਟੀਵੇਟ ਸਬੋਰਡੀਨੇਟਸ। ਮੂਵਿੰਗ ਫੋਰਸ ਇਨ ਡੈਲੀਗੇਸ਼ਨ ਇਜ਼ ਮੋਟੀਵੇਟਿੰਗ। ਜਿਹੜੀ ਚੀਜ਼ ਸਾਨੂੰ ਚੱਲਦਾ ਰੱਖਦੀ ਹੈ ਡੈਲੀਗੇਸ਼ਨ ਦੇ ਵਿੱਚ, ਉਹ ਕੀ ਆ, ਮੋਟੀਵੇਸ਼ਨ ਆ। ਕ੍ਰੀਏਟਿੰਗ ਐਨ ਅਰਜ ਅਮੰਗ ਦਾ ਸਬੋਰਡੀਨੇਟਸ ਟੂ ਡੂ ਦਾ ਜੋਬ ਵਿਲਿੰਗਲੀ, ਐਫੀਸ਼ੀਐਂਟਲੀ ਐਂਡ ਮੋਰ ਇਫੈਕਟਿਵਲੀ। ਸੋ ਅਸੀਂ ਆਪਦੇ ਸਬੋਰਡੀਨੇਟਸ ਨੂੰ ਮੋਟੀਵੇਟ ਕਰਦੇ ਰਹੀਏ, ਉਹਨਾਂ ਦੇ ਵਿੱਚ ਇੱਕ ਇੱਦਾਂ ਦੀ ਇੱਛਾ ਪੈਦਾ ਕਰੀਏ, ਵਿਲਿੰਗਨੈਸ ਪੈਦਾ ਕਰੀਏ ਕਿ ਉਹ ਇਫੈਕਟਿਵਲੀ ਅਤੇ ਐਫੀਸ਼ੀਐਂਟਲੀ ਕੰਮ ਕਰ ਸਕਣ। ਇੰਪਲੋਈਜ਼ ਸ਼ੁੱਡ ਬੀ ਮੋਟੀਵੇਟਡ ਟੂਵਰਡਸ ਦੇਅਰ ਵੇਜਸ, ਇੰਪਰੂਵਡ ਵਰਕਿੰਗ ਕੰਡੀਸ਼ਨਸ ਐਟਸੈਟਰਾ ਟੂ ਮੇਕ ਡੈਲੀਗੇਸ਼ਨ ਇਫੈਕਟਿਵ। ਹੁਣ ਜਿਹੜੇ ਇਹ ਇੰਪਲੋਈਜ਼ ਨੇ, ਇਹਨਾਂ ਨੂੰ ਅਸੀਂ ਕੀ ਦੇ ਸਕਦੇ ਹਾਂ, ਵਧੀਆ ਸੈਲਰੀਜ਼, ਠੀਕ ਆ, ਵਧੀਆ ਵੇਜਸ, ਵਰਕਿੰਗ ਕੰਡੀਸ਼ਨ ਵਧੀਆ ਦੇ ਸਕਦੇ ਹਾਂ, ਠੀਕ ਆ, ਤਾਂ ਕਰਕੇ ਅਸੀਂ ਜਿਹੜੀ ਇਫੈਕਟਿਵ ਡੈਲੀਗੇਸ਼ਨ ਕਰ ਸਕਦੇ ਹਾਂ। ਨੈਕਸਟ ਹੈ ਪ੍ਰੋਵਾਈਡ ਟ੍ਰੇਨਿੰਗ। Delegation is somewhat difficult and can be implemented more effectively by getting necessary training। Training ਦੇ ਕੇ ਵੀ ਕਹਿੰਦੇ ਅਸੀਂ ਪ੍ਰੋਪਰ ਡੈਲੀਗੇਟ ਕਰ ਸਕਦੇ ਹਾਂ ਅਥੋਰਿਟੀ। ਮੈਨੇਜਰ ਮਸਟ ਗਿਵ ਟ੍ਰੇਨਿੰਗ ਟੂ ਦ ਸਬੋਰਡੀਨੇਟਸ ਟੂ ਐਕਸੈਪਟ ਡੈਲੀਗੇਸ਼ਨ। ਮੈਨੇਜਰ ਨੂੰ ਕੀ ਚਾਹੀਦਾ, ਆਪਦੇ ਸਬੋਰਡੀਨੇਟਸ ਨੂੰ ਟ੍ਰੇਨਿੰਗ ਦੇਵੇ ਕਿ ਡੈਲੀਗੇਸ਼ਨ ਨੂੰ ਕਿਵੇਂ ਐਕਸੈਪਟ ਕਰਨਾ, ਠੀਕ ਆ, ਜਾਂ ਕਿਵੇਂ ਅੱਗੇ ਕੰਮ ਕਰਨਾ ਵਾ। ਇਟ ਇਨਵੋਲਵ ਦਾ ਫੋਲੋਇੰਗ ਸਟੈਪਸ। ਪਹਿਲਾਂ ਕੀ ਆ, ਐਵੈਲੂਏਸ਼ਨ ਆਫ ਕਰੰਟ ਪਰਫੋਰਮੈਂਸ। ਸਭ ਤੋਂ ਪਹਿਲਾਂ ਇੱਕ ਮੈਨੇਜਰ ਆਪਦੇ ਸਬੋਰਡੀਨੇਟਸ ਦੀ ਕਰੰਟ ਪਰਫੋਰਮੈਂਸ ਨੂੰ ਦੇਖੇ। ਗਿਵਿੰਗ ਸੁਜੈਸ਼ਨ ਫॉर ਇੰਪਰੂਵਮੈਂਟ। ਫਿਰ ਜਿਹਦਾ ਪਰਫੋਰਮੈਂਸ ਠੀਕ ਆ ਉਹ ਤਾਂ ਵਧੀਆ, ਉਹਨੂੰ ਐਪਰੀਸ਼ੀਏਟ ਕਰ ਦੇਵੇ, ਬਟ ਜਿਹਦੀ ਪਰਫੋਰਮੈਂਸ ਵਧੀਆ ਨਹੀਂ ਹੈ ਉਹਨੂੰ ਸੁਜੈਸ਼ਨਸ ਦੇਵੇ, ਵੀ ਹਾਂ ਆਪਦੇ ਸਬੋਰਡੀਨੇਟ ਨੂੰ ਕਹੇ ਵੀ ਤੁਸੀਂ ਆਹ ਕੰਮ ਦੇ ਵਿੱਚ ਆਪਦੇ ਆਪ ਨੂੰ ਇੰਪਰੂਵ ਕਰੋ। ਕੋਚਿੰਗ ਔਨ ਦਾ ਜੋਬ। ਕੰਮ ਕਰਦੇ ਸਮੇਂ ਉਹਨਾਂ ਨੂੰ ਕੋਚਿੰਗ ਦੇਵੇ ਵੀ ਹਾਂ ਆਹ ਕੰਮ ਨੂੰ ਐਂ ਕਰਨਾ, ਠੀਕ ਆ। ਨੈਕਸਟ ਹੈ ਪ੍ਰੋਪਰ ਕਮਿਊਨੀਕੇਸ਼ਨ। Two-way communication system should be followed।
ਇਹਦੇ ਵਿੱਚ ਦੋ ਤਰ੍ਹਾਂ ਦੋਨੇ ਵੇ मतलब एक तो सबॉर्डीनेट तो सुपीरियर तक गल जाए, ठीक है, एक सुपीरियर तो सबॉर्डीनेट तक गल आए, टू वे कम्यूनीकेशन होनी चाहिए। ये नहीं होना चाहिए भी एक बोले तो दूजा सुन ही रहा, ठीक है, मतलब दोनों आपस गल हो करन। द ऑर्डर्स एंड इंस्ट्रक्शंस मस्ट बी क्लीयर एंड अनबीगियस वर्ड्स। हुण इहदे विच की आ अनएम्बीगियस दे मतलब की हुंदा वा, देखो एम्बीगियस का मीनिंग समझो पहला। एम्बीगियस हुंदा जिहदे च कोई डाउट होवे, अनएम्बीगियस की हुंदा वा जिहदे विच कोई डाउट ना होवे। सो जिहड़ियां ऑर्डर ते इंस्ट्रक्शंस ने वो सारे की होने चाहिए, क्लीयर होने चाहिए। सुपीरियर मस्ट बी ऑलवेज रेडी टू गिव सजैशनस एंड गाइडलाइनस वेयर एवर द सबॉर्डीनेट फील इट्स नैसैसरी। सुपीरियर हमेशा आपदे आप नूं तैयार रखे सजैशनस देण लई ते गाइडलाइनस देण लई जिथे उन्होंने लगता भी जिहड़े सबॉर्डीनेट्स नूं इन्हां चीज़ां दी लोड़ आ। नैक्सट है एस्टैबलिशिंग प्रॉपर कंट्रोल। कंट्रोल सिस्टम should be such that it can make the executives free from routine work। सो इस तरह का कंट्रोल होना चाहिए वा सबॉर्डीनेट्स के उपर जिहदे नाल जिहड़े एग्जैक्टिव ने टॉप पोजीशन वाले लोग ने वो रूटीन वर्क तो फ्री होण। सबॉर्डीनेट्स मस्ट एक्सरसाइज सैल्फ कंट्रोल। सबॉर्डीनेट आपदे आप उपर खुद ही कंट्रोल करन। इट इज़ पॉसीबल इफ सबॉर्डीनेट दैमसैल्व्स सैट देयर स्टैंडर्ड्स। सो ये चीज़ उदों ही हो सकती है, जिहड़े सबॉर्डीनेट आपदे आप ते कंट्रोल उदों कर सकते हैं जदों आपदे काम दे स्टैंडर्ड सैट कर लैणगे। हुण इहनूं बेटा एक एग्जाम्पल ना समझते हैं। सपोज कर लो एक एग्जैक्टिव आ, उन्हें आपदे सबॉर्डीनेट नूं कोई काम देता, ठीक है, हुण वो बार बार तो उहदों काम नहीं पुछूगा, तो सबॉर्डीनेट का एक सिस्टम रखिया होवे भी डेली में इन्ने जिवें कहिए डॉकूमेंट्स चैक करने आ जां आह काम करना ही करना, वो आपदे स्टैंडर्ड सैट खुद कर लैण सबॉर्डीनेट्स, ठीक है। नैक्सट अपने कोले है बेटा रिक्वायर्ड कंप्लीटेड वर्क। सबॉर्डीनेट्स expect his superior to make a clearly understood delegation so that for every step he need to depend upon his superior and thereby delegating the whole process। ਹੁਣ ਇਹਦੇ ਵਿੱਚ ਕੀ ਆ required completed work ਦੇ ਵਿੱਚ ਦੱਸਿਆ ਗਿਆ ਕਿ सबॉर्डीनेट ਇਹ ਐਕਸਪੈਕਟ ਕਰਦੇ ਆ ਕਿ ਜਿਹੜੇ ਉਹਨਾਂ ਦੇ superior ਨੇ ਉਹਨਾਂ ਨੂੰ clearly understood ਕਰਨ, ठीक है, डेलीगेशन ਨੂੰ। सो हर एक स्टैप ਦੇ ਵਿੱਚ ਜਦੋਂ ਉਹਨਾਂ ਨੂੰ ਜ਼ਰੂਰਤ ਪੈਂਦੀ ਆ ਆਪਦੇ superior ਦੀ ਤਾਂ ਉਹ ਕੀ ਕਰ ਸਕਣ ਐਂਡ ਦੇਅਰ ਬਾਈ ਡਿਲੇਇੰਗ ਦਾ ਹੋਲ ਪ੍ਰੋਸੈਸ, ਮਤਲਬ ਉਹਨਾਂ ਦੀ ਗੱਲ ਨੂੰ ਸੁਣਨ ਅਤੇ ਜੇ ਕਿਤੇ ਪ੍ਰੋਸੈਸ ਨੂੰ ਡਿਲੇ ਕਰਨ ਦੀ ਲੋੜ ਪੈਂਦੀ ਹੈ ਤਾਂ ਉਹ ਕਰ ਸਕਣ। ਨੈਕਸਟ ਹੈਗਾ ਰਿਵਾਰਡ ਫॉर ਪ੍ਰੋਪਰ ਇੰਪਲੀਮੈਂਟੇਸ਼ਨ। ਇਹਨੂੰ ਧਿਆਨ ਨਾਲ ਸਮਝ ਲਓ। ਫॉर ਸਕਸੈਸਫੁਲ assumption of authority and effective delegation manager must give pecuniary and other rewards। ਹੁਣ ਜੇ ਅਸੀਂ ਚਾਹੁੰਦੇ ਹਾਂ ਵੀ ਸਾਡਾ ਜਿਹੜਾ ਅਥੋਰਟੀ ਵਾਲਾ ਯਾਨੀ ਕਿ ਇਫੈਕਟਿਵ ਡੈਲੀਗੇਸ਼ਨ ਹੋ ਜਾਵੇ ਅਥੋਰਟੀ ਦੀ, ਤਾਂ ਸਾਨੂੰ ਕੀ ਕਰਨਾ ਚਾਹੀਦਾ ਪਿਕਿਊਨਰੀ ਅਤੇ ਅਦਰ ਰਿਵਾਰਡਸ। ਪਿਕਿਊਨਰੀ ਹੁੰਦਾ ਮਨੀ ਨਾਲ ਰਿਲੇਟਡ ਰਿਵਾਰਡਸ, ठीक है, या वैसे एप्रीशिएट करना चाहिए अपने सबॉर्डीनेट्स ਨੂੰ। इट इनकरेजेस मोर एंड मोर परसन टू इंप्रूव परफॉर्मेंस। ਇਹਦੇ ਨਾਲ ਲੋਕਾਂ ਦੀ परफॉर्मेंस ज़्यादा इंप्रूव ਹੁੰਦੀ ਆ। नैक्सट है एडहेरेंस टू प्रिंसीपल ऑफ डेलीगेशन। ਇਹਦਾ मीनिंग की है कि ਆਪਾਂ कंप्लाइंस करना, स्ट्रिक्ट कंप्लाइंस टू द प्रिंसीपल्स ऑफ डेलीगेशन like parity between authority and responsibility, unity of command, absoluteness of accountability is must for achieving better organization। compliance ਹੁੰਦਾ ਕਿਸੇ ਚੀਜ਼ ਨੂੰ obey ਕਰਨਾ, ਮੰਨਣਾ, ਫੋਲੋ ਕਰਨਾ, ਠੀਕ ਆ। ਸੋ ਸਾਨੂੰ ਜਿਹੜੇ ਪ੍ਰਿੰਸੀਪਲਸ ਨੇ ਡੈਲੀਗੇਸ਼ਨ ਦੇ, ਜਿਵੇਂ ਅਥੋਰਟੀ ਰਿਸਪੌਂਸਿਬਿਲਟੀ ਦੀ ਕਲੈਰਿਟੀ ਹੋਣੀ ਚਾਹੀਦੀ ਆ, ਯੂਨਿਟੀ ਆਫ ਕਮਾਂਡ, ਠੀਕ ਆ, ਅਕਾਊਂਟੇਬਿਲਟੀ, ਇਹ ਸਾਰੇ ਪ੍ਰੋਪਰਲੀ ਫੋਲੋ ਕਰਨੇ ਚਾਹੀਦੇ ਆ ਜਿਸ ਕਰਕੇ ਅਸੀਂ ਬੈਟਰ ਕਰ ਸਕਦੇ ਹਾਂ, ਠੀਕ ਆ। ਹੁਣ ਨੈਕਸਟ ਬੇਟਾ ਅਗਲੀ ਕਲਾਸ ਦੇ ਵਿੱਚ ਆਪਾਂ ਸੈਂਟਰਲਾਈਜੇਸ਼ਨ ਐਂਡ ਡੀਸੈਂਟਰਲਾਈਜੇਸ਼ਨ ਜਿਹੜਾ ਟੌਪਿਕ ਉਹ ਡਿਸਕਸ ਕਰਾਂਗੇ। ਅੱਜ ਲਈ ਇੰਨਾ ਹੀ, ਥੈਂਕ ਯੂ।